ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦੀ ਪੇਜ ਆਫ ਆਪਟੀਮਿਸਟਿਕ ਫੋਰਸ। ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਨ ਜਾ ਰਹੇ ਹਾਂ ਵੀ ਵਾਟਸ ਦੀ ਇੰਪੋਰਟੈਂਸ ਆਫ ਇੰਗਲਿਸ਼ ਲੈਂਗੁਏਜ ਇਨ ਮਾਡਰਨ ਡੇ ਸਿਨਾਰੀਓ। ਵੀ ਅੰਗਰੇਜ਼ੀ ਇੰਨੀ ਇੰਪੋਰਟੈਂਟ ਕਿਉਂ ਆ, ਸਾਨੂੰ ਕਿਉਂ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਇੰਗਲਿਸ਼ ਲੈਂਗੁਏਜ ਬਹੁਤ ਵਧੀਆ ਲੈਂਗੁਏਜ ਆ, ਬਹੁਤ ਸਕਿਲਫੁਲ ਲੈਂਗੁਏਜ ਆ, ਬਹੁਤ ਰਿਚ ਲੈਂਗੁਏਜ ਆ। ਨਹੀਂ, ਸਾਡੀ ਜਿਹੜੀ ਪੰਜਾਬੀ ਲੈਂਗੁਏਜ ਆ ਉਹਦਾ ਕੋਈ ਸਾਨ ਹੀ ਨਹੀਂ। ਗੁਰਮੁਖੀ ਲੈਂਗੁਏਜ ਦਾ ਕੋਈ ਸਾਨ ਹੀ ਨਹੀਂ। ਜੋ ਸਾਨੂੰ ਮਹਾਰਾਜ ਨੇ, ਜੋ ਸਾਨੂੰ ਗੁਰੂ ਸਾਹਿਬ ਨੇ ਇਹ ਭਾਸ਼ਾ ਦਿੱਤੀ, ਬਖਸ਼ੀ ਆ, ਇਹਦੇ ਵਿੱਚ ਤਾਂ ਜਿਹੜੀ ਰਿਚਨੈਸ ਹੈ ਉਹ ਕਿਸੇ ਹੋਰ ਭਾਸ਼ਾ 'ਚ ਨਹੀਂ ਹੈ। ਪਰ ਮੇਰਾ ਟੌਪਿਕ ਇਹ ਨਹੀਂ ਹੈ ਵੀ ਮੈਂ ਕੰਪੈਰੀਜ਼ਨ ਕਰ ਰਿਹਾ ਹਾਂ ਵੀ ਇੰਗਲਿਸ਼ ਐਜ਼ ਅ ਮਾਡਰਨ ਡੇ ਲੈਂਗੁਏਜ ਇਜ਼ ਹਾਊ ਇਕੁਅਲੀ ਔਰ ਈਵਨ ਮੋਰ ਗੁੱਡ ਦੈਨ ਐਨੀ ਅਦਰ ਲੈਂਗੁਏਜ ਇਨ ਦਿਸ ਵਰਲਡ। ਮੇਰਾ ਟੌਪਿਕ ਇਹ ਨਹੀਂ ਹੈ। ਮੇਰਾ ਟੌਪਿਕ ਇਹ ਹੈ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਾਂ ਵੀ ਸਾਨੂੰ ਮਾਡਰਨ ਲੈਂਗੁਏਜ ਦੇ ਵਿੱਚ ਸਾਨੂੰ ਮਾਡਰਨ ਡੇ ਉਹ ਉੱਤੇ ਕਾਂ ਜਿਹੜਾ ਸੀਗਾ ਉਹ ਕਾਂ ਜ਼ਿਆਦਾ ਕਰੀ ਜਾਂਦਾ, ਮੇਰਾ ਧਿਆਨ ਭਟਕ ਗਿਆ। ਵੀ ਇੰਗਲਿਸ਼ ਲੈਂਗੁਏਜ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦੀ ਸਭ ਤੋਂ ਜ਼ਰੂਰੀ ਭਾਸ਼ਾ ਕਿਉਂ ਹੈ। ਤੁਸੀਂ ਸਮਝ ਲਓ, ਤੁਸੀਂ ਇੱਕ ਸਕੂਲ ਸਟੂਡੈਂਟ ਹੈਗੇ ਹੋ, ਤੁਸੀਂ ਦੂਜੀ ਤੀਜੀ 10ਵੀਂ 12ਵੀਂ ਕਲਾਸ ਹੈਗੇ ਹੋ, ਠੀਕ ਹੈ। ਤਾਂ ਓਬਵੀਅਸਲੀ ਅੱਜ ਆਪਾਂ ਪੜ੍ਹਾਈ ਜਿਹੜੀ ਕਰਦੇ ਹਾਂ ਉਹ ਸਾਰੀ ਦੀ ਸਾਰੀ ਇੰਗਲਿਸ਼ ਵਿੱਚ ਕਰ ਰਹੇ ਹਾਂ, ਠੀਕ ਹੈ। ਤਾਂ ਜੇ ਤੁਸੀਂ ਇੰਗਲਿਸ਼ ਪੜ੍ਹਨੀ, ਸਮਝਣੀ, ਬੋਲਣੀ, ਸੁਣਨੀ, ਲਿਖਣੀ ਨਹੀਂ ਸਮਝੋਗੇ ਤਾਂ ਓਬਵੀਅਸਲੀ ਯੂ ਵਿਲ ਮਿਸ ਆਊਟ ਔਨ ਮੋਸਟ ਇੰਪੋਰਟੈਂਟ ਐਸਪੈਕਟਸ ਆਫ ਦਿਸ ਲੈਂਗੁਏਜ ਐਂਡ ਹਾਊ ਟੂ ਯੂਜ਼ ਦਿਸ ਲੈਂਗੁਏਜ ਇਫੈਕਟਿਵਲੀ। ਅਤੇ ਤੁਸੀਂ ਡੈਕਲੇਮੇਸ਼ਨਸ ਨਹੀਂ ਹਿੱਸਾ ਲੈ ਰਹੇ ਹੋ, ਤੁਸੀਂ ਕਦੀ ਵੀ ਸਕੂਲ ਲੈਵਲ 'ਤੇ ਕੋਈ ਵੀ ਲੈਕਚਰ 'ਚ ਹਿੱਸਾ ਨਹੀਂ ਲੈ ਰਹੇ ਹੋ, ਕੋਈ ਡਿਬੇਟ 'ਚ ਨਹੀਂ ਲੈ ਰਹੇ ਹੋ, ਹੈ ਨਾ। ਯੂ ਨੋਟ ਐਕਚੁਅਲੀ ਕਮਿਊਨੀਕੇਟਿੰਗ ਵਿਦ ਐਨੀਬਡੀ। ਅਤੇ ਤੁਸੀਂ ਕੀ ਕਰ ਰਹੇ ਹੋ, ਤੁਸੀਂ ਉਹ ਜਿਹੜੇ 12 ਤੁਸੀਂ ਪੜ੍ਹੇ ਹੋ 18 ਸਾਲ ਤੱਕ, ਤਾਂ 18 ਸਾਲ ਤੱਕ ਤੁਸੀਂ ਮਿਸ ਆਊਟ ਕਰ ਗਏ ਉਸ ਓਪਰਚੁਨਿਟੀ ਨੂੰ, ਜਿਹੜਾ ਤੁਹਾਡੇ ਕੋਲ ਮੌਕਾ ਸੀਗਾ ਪ੍ਰੈਕਟਿਸ ਕਰਨ ਦਾ ਇੰਗਲਿਸ਼ ਲੈਂਗੁਏਜ ਨੂੰ। ਹਰ ਇੱਕ ਇਨਸਾਨ ਜਿਹੜਾ ਪੰਜਾਬੀ ਹੈ ਉਹ ਟੁੱਟੀ ਫੁੱਟੀ ਹੀ ਬੋਲੇਗਾ, ਪਹਿਲਾਂ ਹੌਲੀ ਹੌਲੀ ਸਮਝੂਗਾ। ਤੁਹਾਡੇ ਕੰਨਾਂ ਨੂੰ ਆਦਤ ਨਹੀਂ ਹੈਗੀ ਅੰਗਰੇਜ਼ੀ ਸੁਣਨ ਦੀ, ਹੈ ਨਾ। ਤੁਹਾਡੀ ਅੱਖਾਂ ਨੂੰ ਆਦਤ ਨਹੀਂ ਹੈ ਅੰਗਰੇਜ਼ੀ ਪੜ੍ਹਨ ਦੀ, ਮੂੰਹ ਨੂੰ ਆਦਤ ਨਹੀਂ, ਜੀਭ ਨੂੰ ਆਦਤ ਨਹੀਂ ਅੰਗਰੇਜ਼ੀ ਬੋਲਣ ਦੀ, ਹੱਥ ਨੂੰ ਆਦਤ ਨਹੀਂ ਹੈ ਅੰਗਰੇਜ਼ੀ ਲਿਖਣ ਦੀ ਜਾਂ ਟਾਈਪ ਕਰਨ ਦੀ। ਤਾਂ ਇਹ ਆਦਤ ਨਹੀਂ ਬਣੀ, ਇਹਦਾ ਮਤਲਬ ਕੀ ਹੈ, ਤੁਸੀਂ ਬਿਲਕੁਲ ਫਰੈਸ਼ ਹੋ, ਤੁਹਾਡੀ ਕੋਈ ਬੇਸ ਨਹੀਂ ਬਣੀ, ਕੋਈ ਫੰਡਾਮੈਂਟਲ ਨਹੀਂ ਹੈਗਾ ਜਿਹਦੇ ਬੇਸ 'ਤੇ ਤੁਸੀਂ ਅੱਗੇ ਗਾਂ ਵਧੀਆ ਪਰਫੋਰਮ ਕਰ ਪਾਓਗੇ। ਤਾਂ ਹੁੰਦਾ ਕੀ ਹੈ ਵੀ ਅਸੀਂ ਜਦੋਂ ਕਾਲਜ ਲੈਵਲ ਸਿਨਾਰੀਓ 'ਚ ਆਉਂਦੇ ਹਾਂ, ਹੈ ਨਾ, ਅਸੀਂ ਜਦੋਂ ਯੂਨੀਵਰਸਿਟੀ 'ਚ ਐਂਟਰ ਕਰਦੇ ਹਾਂ ਤਾਂ ਉੱਥੇ ਬਹੁਤ ਸਾਰੇ ਇੱਦਾਂ ਦੇ ਕੰਮ ਹੁੰਦੇ ਨੇ, ਫਰੋਮ social interactions to activities at college union level to talking to examiners, then to getting an opportunity to talk to companies representatives, ਹੈ ਨਾ। ਤਾਂ ਬਹੁਤ ਸਾਰੀ ਚੀਜ਼ਾਂ ਨੇ, ਅਗਰ ਇਹਦੇ ਵਿੱਚ ਤੁਸੀਂ ਨਹੀਂ ਇਨਵੋਲਵ ਕਰੋਗੇ, ਆਪਣੇ ਆਪ ਨੂੰ ਪਾਰਟੀਸਿਪੇਟ ਨਹੀਂ ਕਰੋਗੇ ਤਾਂ ਓਬਵੀਅਸਲੀ ਤੁਹਾਡੇ ਮਨ 'ਚ ਝਾਕਾ ਹੀ ਰਹਿ ਜਾਊਗਾ। ਇੱਕ ਤਾਂ ਝਾਕਾ ਸੀ ਵੀ ਤੁਸੀਂ 12 ਜਦੋਂ ਪੜ੍ਹੇ ਹੋ ਤਦ ਨਹੀਂ ਤੁਸੀਂ ਆਪਣੇ ਆਪ ਨੂੰ ਇੰਗਲਿਸ਼ ਲੈਂਗੁਏਜ ਦਾ ਇਨਵੋਲਵ ਕੀਤਾ। ਦੂਜਾ ਝਾਕਾ ਇਹ ਰਹੂਗਾ ਵੀ ਤੁਸੀਂ ਸੋਸ਼ਲ ਇੰਟਰੈਕਟ ਕਰਨਾ ਹੋਏਗਾ ਨਾ, ਇੰਗਲਿਸ਼ 'ਚ ਨਹੀਂ ਕਰ ਪਾਓਗੇ, ਭੱਜੋਗੇ ਉੱਥੋਂ। ਕਿਉਂਕਿ ਮੈਂ ਵੀ ਭੱਜਦਾ ਸੀਗਾ, ਮੈਨੂੰ ਵੀ ਨਹੀਂ ਸੀ ਆਉਂਦੀ ਸੀ 12ਵੀਂ ਕਲਾਸ ਤੱਕ ਅੰਗਰੇਜ਼ੀ ਇੰਨੀ ਵਧੀਆ ਮੈਨੂੰ ਨਹੀਂ ਸੀ ਬਿਲਕੁਲ ਆਉਂਦੀ। ਮੈਂ ਕਹਿ ਲਓ ਵੀ ਆਈ ਵਾਜ਼ ਅ ਬਿਲੋ ਐਵਰੇਜ ਗਾਏ ਇਨ ਇੰਗਲਿਸ਼ ਲੈਂਗੁਏਜ। ਤਾਂ ਮੈਂ ਭੱਜਦਾ ਸੀਗਾ, ਤਾਂ ਮੈਂ ਡਰਦਾ ਸੀਗਾ ਕਿਸੇ ਵੀ ਸੁਸਾਇਟੀ ਦੇ ਵਿੱਚ ਹਿੱਸਾ ਲੈਣ ਨੂੰ, ਕਿਉਂਕਿ ਉੱਥੇ ਸਾਰੇ ਇੰਗਲਿਸ਼ ਬੋਲਦੇ ਸੀਗੇ ਅਤੇ ਸਾਨੂੰ ਸਾਰਿਆਂ ਨੂੰ ਇੰਗਲਿਸ਼ ਬੋਲਣੀ ਪੈਂਦੀ ਹੈਗੀ ਉੱਥੇ ਵੀ, ਹੈ ਨਾ। ਤਾਂ ਸਾਡਾ ਮਨ 'ਚ ਜਿਹੜਾ ਝਾਕਾ ਹੈ ਨਾ, ਅਤੇ ਜਦੋਂ ਬਾਕੀ ਸਾਰੇ ਇੰਗਲਿਸ਼ ਬੋਲਦੇ ਅਸੀਂ ਨਹੀਂ ਬੋਲ ਪਾਉਂਦੇ, ਅਸੀਂ ਡਰ ਜਾਂਦੇ ਹਾਂ, ਸਾਨੂੰ ਆਪਣਾ ਅੰਦਰੇ ਹੀ ਘੱਟ ਮਹਿਸੂਸ ਹੁੰਦਾ, ਛੋਟਾ ਮਹਿਸੂਸ ਹੁੰਦਾ। ਤਾਂ ਛੋਟਾ ਨਹੀਂ ਮਹਿਸੂਸ ਕਰਨਾ, ਇਹ ਰਿਐਲਿਟੀ ਹੈ। ਹਰ ਇੱਕ ਇਨਸਾਨ ਕਿਸੇ ਫੀਲਡ ਦੇ ਵਿੱਚ ਕੋਈ ਕੰਮ ਕਰੇਗਾ ਉਹ ਸ਼ੁਰੂ 'ਚ ਬਹੁਤ ਛੋਟਾ ਮਹਿਸੂਸ ਕਰੇਗਾ। ਹੁਣ ਅਗਰ ਤੁਸੀਂ 12 ਤੱਕ ਨਹੀਂ ਪੜ੍ਹੇ ਅੰਗਰੇਜ਼ੀ ਤਾਂ ਤੁਹਾਨੂੰ ਹੁਣ ਕਰ ਲੈਣੀ ਚਾਹੀਦੀ ਹੈ। ਜਦ ਤੱਕ ਤੁਸੀਂ ਫੇਸ ਨਹੀਂ ਕਰੋਗੇ ਨਾ ਫੇਲਿਊਅਰਸ, ਸੈਟਬੈਕਸ, ਰਿਜੈਕਸ਼ਨਸ, ਤਦ ਤੱਕ ਤੁਸੀਂ ਅੱਗੇ ਵੱਧ ਹੀ ਨਹੀਂ ਪਾਓਗੇ। ਕਹਿ ਲਓ ਇਹ ਪਹਿਲੀ ਪੌੜੀ ਹੈ, ਠੀਕ ਹੈ। ਤੁਸੀਂ ਕੱਲ੍ਹ ਨੂੰ ਇੰਟਰਵਿਊਜ਼ 'ਚ ਬੈਠਣਾ ਆ ਕਾਲਜ ਈਅਰ ਐਂਡ 'ਤੇ, ਹੈ ਨਾ। ਜੇ ਤੁਸੀਂ ਕੋਈ ਬੈਚਲਰਸ ਡਿਗਰੀ ਕਰ ਰਹੇ ਹੈਗੇ ਹੋ, ਹੈ ਨਾ, 3 year 4 year ਪ੍ਰੋਗਰਾਮ ਹੈ, ਤਾਂ ਓਬਵੀਅਸਲੀ ਮੋਸਟ ਕਾਲਜਿਸ ਔਰ ਮੋਸਟ ਯੂਨੀਵਰਸਿਟੀਜ਼ ਐਟ ਦੀ ਐਂਡ ਆਫ ਦੇਅਰ academic curriculum or during the last year they bring some companies to recruit their candidates, their students, ਹੈ ਨਾ। ਤਾਂ ਮੈਂ ਇੰਜੀਨੀਅਰਿੰਗ ਕੀਤੀ ਹੈ, ਤਾਂ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਮੈਂ, ਤਾਂ ਉਹਦੇ ਵਿੱਚ ਸਾਡੇ ਵਾਸਤੇ ਵੀ ਕੰਪਨੀਜ਼ ਆਉਂਦੀਆਂ ਸੀਗੀਆਂ। ਤਾਂ ਅਗਰ ਤੁਸੀਂ ਆਪਣੇ ਆਪ ਨੂੰ ਨਹੀਂ ਇਨਵੋਲਵ ਕਰੋਗੇ ਤਾਂ ਯੂ ਵੋਂਟ ਬੀ ਏਬਲ ਟੂ ਸਿਟ ਇਨ ਦ ਇੰਟਰਵਿਊ ਐਂਡ ਐਕਚੁਅਲੀ ਟਾਕ ਟੂ ਦ ਇੰਟਰਵਿਊਅਰ। ਹੁਣ ਮੇਰੇ ਨਾਲ ਕੀ ਹੁੰਦਾ ਸੀ, ਮੈਨੂੰ ਇੰਨੀ ਟੈਨਸ਼ਨ ਨਹੀਂ ਸੀ ਹੁੰਦੀ ਵੀ ਮੈਨੂੰ ਮਕੈਨੀਕਲ ਇੰਜੀਨੀਅਰਿੰਗ ਦੇ ਰਿਲੇਟਡ ਕੀ ਸਵਾਲ ਪੁੱਛੂਗਾ। ਮੈਨੂੰ ਟੈਨਸ਼ਨ ਇਹ ਹੁੰਦੀ ਸੀ ਵੀ ਮੈਂ ਇੰਗਲਿਸ਼ 'ਚ ਬੋਲਣਾ ਹੁੰਦਾ। ਤਾਂ ਮੇਰੇ ਖਿਆਲ ਨਾਲ ਜ਼ਿਆਦਾਤਰ ਕੈਂਡੀਡੇਟਸ ਇਹਨੂੰ ਰਿਲੇਟ ਕਰਨਗੇ ਵੀ ਜਦ ਵੀ ਤੁਸੀਂ ਕਿਸੇ ਦੇ ਨਾਲ ਗੱਲ ਕਰਨੀ ਹੁੰਦੀ ਹੈ ਇਨ ਇੰਗਲਿਸ਼ ਲੈਂਗੁਏਜ, ਤੁਹਾਨੂੰ ਟੈਨਸ਼ਨ ਹੁੰਦੀ ਵੀ ਇੰਗਲਿਸ਼ ਨੂੰ ਕਿੱਦਾਂ ਬੋਲਾਂ, ਠੀਕ ਹੈ। ਤਾਂ ਓਬਵੀਅਸਲੀ ਯੂ ਸਿਟ ਇਨ ਦ ਇੰਟਰਵਿਊਜ਼, ਯੂ ਕੰਡਕਟ ਇੰਟਰਵਿਊਜ਼, ਹੈ ਨਾ, ਯੂ ਗਿਵ ਇੰਟਰਵਿਊਜ਼, ਦੈਨ ਯੂ ਗਿਵ ਗਰੁੱਪ ਡਿਸਕਸ਼ਨਸ ਐਜ਼ ਵੈਲ। ਤਾਂ ਤੁਸੀਂ ਇਹ ਚੀਜ਼ਾਂ 'ਚੋਂ ਨਿਕਲਦੇ ਹੋ, ਠੀਕ ਹੈ।
ਤਾਂ ਜਿਹੜਾ ਤਾਂ ਵਧੀਆ ਬੋਲ ਜਾਂਦਾ ਹੈ, ਪ੍ਰੈਕਟਿਸ ਕਰ ਜਾਂਦਾ ਆ, ਤਾਂ ਉਹ ਇੰਨਾ ਕੁ ਕੰਪੈਟੇਬਲ ਹੋ ਜਾਂਦਾ ਆ ਵੀ ਉਹਨੂੰ এনवायरमेंट ਇਹ ਥਕਾਉਂਦਾ ਨਹੀਂ, ਡਰਾਉਂਦਾ ਨਹੀਂ ਮੈਂਟਲੀ। ਕਿਉਂਕਿ ਹੁੰਦਾ ਕੀ ਹੈ ਵੀ ਜਦ ਤੱਕ ਤੁਸੀਂ ਕਿਸੇ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦੇ, ਇੰਗਲਿਸ਼ ਲੈਂਗੁਏਜ ਨੂੰ ਐਕਸਪੀਰੀਅੰਸ ਨਹੀਂ ਕਰਦੇ, ਤਾਂ ਤੁਸੀਂ ਹਮੇਸ਼ਾ ਡਰਦੇ ਹੀ ਰਹਿ ਜਾਓਗੇ। ਤੁਸੀਂ ਕਦੀ ਵੀ ਉਸ ਚੀਜ਼ 'ਚ ਇਨਵੋਲਵ ਨਹੀਂ ਹੁੰਦੇ। ਤਾਂ ਤੁਹਾਡਾ ਹੋ ਸਕਦਾ ਨੈਚੁਰਲ ਟੈਲੈਂਟ ਇੰਨਾ ਤਗੜਾ ਆ ਕਿਸੇ ਵੀ ਫੀਲਡ ਦੇ ਵਿੱਚ, ਤੁਹਾਡੀ ਨੌਲੇਜ ਬੇਸ ਇੰਨੀ ਵਧੀਆ ਆ, ਤੁਹਾਨੂੰ ਪ੍ਰੈਕਟੀਕਲ ਸਿਨਾਰੀਓ ਦਾ ਪਤਾ ਆ, ਪਰ ਤੁਸੀਂ ਉਹਨੂੰ ਬੋਲ ਕੇ ਦੱਸ ਹੀ ਨਹੀਂ ਪਾਉਂਦੇ ਹੋ, ਤਾਂ ਕੀ ਹੋਏਗਾ? ਤੁਹਾਨੂੰ ਕੰਪਨੀਜ਼ ਨਹੀਂ ਰਿਕਰੂਟ ਕਰਨਗੀਆਂ, ਨਹੀਂ ਸਿਲੈਕਟ ਕਰ ਪਾਉਣਗੀਆਂ। ਹੋ ਸਕਦਾ ਜੇ ਤੁਹਾਨੂੰ ਰਿਕਰੂਟ ਕਰਦੇ ਤੁਹਾਨੂੰ ਘੱਟ ਪੈਕੇਜ 'ਤੇ ਰੱਖਣ, ਬਿਕਾਜ਼ ਉਹਨਾਂ ਨੇ ਦੇਖਿਆ ਵੀ ਤੁਹਾਡੇ ਕੋਲ ਇੰਗਲਿਸ਼ ਬੋਲਣ ਦਾ ਮਾਦਾ ਨਹੀਂ ਹੈਗਾ ਇੰਨਾ। ਯੂ ਆਰ ਨਾਟ ਅ ਪੋਟੈਂਸ਼ੀਅਲ ਕੈਂਡੀਡੇਟ ਫॉर them, ਠੀਕ ਹੈ, ਬਿਕਾਜ਼ ਮੋਸਟ ਕੰਪਨੀਜ਼ ਆਰ ਲੁਕਿੰਗ ਫॉर ਮਾਰਕੀਟਿੰਗ ਗਾਇਜ਼, ਐਡਵਰਟਾਈਜ਼ਿੰਗ ਗਾਇਜ਼, ਹੈ ਨਾ। ਤੁਸੀਂ ਸਮਝ ਰਹੇ ਹੋ? ਪੀਪਲ ਹੂ ਆਰ ਬੈਟਰ ਇਨ ਕਮਿਊਨੀਕੇਸ਼ਨ, ਹੂ ਕੈਨ ਟਾਕ ਅਬਾਊਟ देयर प्रोडक्ट एंड विजन एंड द सर्विसेज टू द पोटेंशियल कस्टमर्स। अगर ਤੁਸੀਂ ਉਸ ਕੰਪਨੀ ਦਾ ਹਿੱਸਾ ਬਣਦੇ ਹੋ ਤਾਂ ਉਹ ਇਹ ਸਾਰੇ ਤੁਹਾਡੇ 'ਚ ਪਰਸਨੈਲਿਟੀ ਟ੍ਰੇਟਸ ਵੀ ਦੇਖ ਰਹੇ ਨੇ, ਤੁਸੀਂ ਸਮਝੋ। ਐਂਡ ਓਬਵੀਅਸਲੀ ਜਦੋਂ ਤੁਸੀਂ ਕਾਲਜ ਤੋਂ ਬਾਹਰ ਜਾਓਗੇ, ਅਗਰ ਤੁਸੀਂ ਜੌਬ ਲੱਗ ਗਈ ਹੈ ਤਾਂ ਬਹੁਤ ਵਧੀਆ ਗੱਲ ਹੈ, ਅਗਰ ਨਹੀਂ ਲੱਗੀ ਹੈ ਦੈਨ ਅਗੇਨ ਯੂ ਵਿਲ ਬੀ ਸਿਟਿੰਗ ਇਨ ਪੂਲ ਕੈਂਪਸ ਪਲੇਸਮੈਂਟਸ, ਹੈ ਨਾ, ਪਲੇਸਮੈਂਟ ਡਰਾਈਵਸ ਹੁੰਦੀਆਂ ਨੇ। ਤਾਂ ਉਹਦੇ ਵਿੱਚ ਵੀ ਤੁਸੀਂ ਜਦ ਤੱਕ ਇੰਗਲਿਸ਼ ਨਹੀਂ ਬੋਲੋਗੇ, ਕੰਫਰਟੇਬਲ ਨਹੀਂ ਹੋਵੋਗੇ, ਤਾਂ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਪਿੱਛੇ ਹੀ ਮਹਿਸੂਸ ਕਰੋਗੇ, ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰੋਗੇ। ਤਾਂ ਇਹ ਤੁਸੀਂ ਕਿਉਂ ਮਹਿਸੂਸ ਕਰਨਾ? ਯੂ ਅੰਡਰਸਟੈਂਡ? ਇੰਗਲਿਸ਼ ਲੈਂਗੁਏਜ ਇਜ਼ ਟੂਡੇਜ਼ ਵੈਪਨ। ਜਿਹਦੇ ਕੋਲ ਇਹ ਸ਼ਸਤਰ ਹੈ ਅਤੇ ਜਿਹਨੂੰ ਇਹ ਸ਼ਸਤਰ ਵਰਤਣਾ ਆਉਂਦਾ ਹੈ, ਉਹ ਬੰਦਾ ਮਹਾਰਤ ਭਾਵੇਂ ਉਹਦੇ ਕੋਲ ਘੱਟ ਵੀ ਹੋਵੇ ਤਾਂ ਵੀ ਅੱਗੇ ਵੱਧ ਜਾਏਗਾ। ਕਿਉਂਕਿ ਤੁਸੀਂ ਪਤਾ ਕੀ ਹੈ, ਇਟਸ ਆਲ ਅਬਾਊਟ ਦ ਪੈਕੇਜਿੰਗ। ਚੀਜ਼ ਜਿੰਨੀ ਵਧੀਆ ਪੈਕੇਜ ਹੋਏਗੀ ਉਨਾ ਹੀ ਉਹਦਾ ਮੁੱਲ ਜ਼ਿਆਦਾ ਹੋਏਗਾ, ਉਨਾ ਹੀ ਜ਼ਿਆਦਾ ਉਹਦੇ ਗਾਹਕ ਹੋਣਗੇ ਲੈਣ ਨੂੰ। ਭਾਵੇਂ ਵਿਚਕਾਰ ਸਮਾਨ ਘੱਟ ਹੋਵੇ, ਕੁਆਲਿਟੀ ਉਹਦੀ ਕਮਜ਼ੋਰ ਹੋਵੇ ਥੋੜ੍ਹੀ ਜਿਹੀ, ਹੈ ਨਾ। ਤਾਂ ਸਮਝ ਰਹੇ ਹੋ ਗੱਲ ਮੋਟੀ ਮੋਟੀ? ਤਾਂ ਤੁਹਾਨੂੰ ਆਪਣੇ ਆਪ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਤਗੜਾ ਕਰਨਾ ਪਊਗਾ ਇਨ ਇੰਟਰਵਿਊਜ਼। ਜਾਂ ਤੁਸੀਂ ਬਿਜ਼ਨਸ ਵੀ ਕਰਦੇ ਹੋ, ਲੈਟਸ ਸੇ ਤੁਸੀਂ ਬਿਜ਼ਨਸ ਕਰਦੇ ਹੋ, ਕੋਈ ਕੈਂਡੀਡੇਟ ਕਹੇਗਾ ਜੀ ਵੀ ਮੈਂ ਤਾਂ ਆਪਣੇ ਫੈਮਿਲੀ ਬਿਜ਼ਨਸ ਨੂੰ ਜੁਆਇਨ ਕਰਨਾ, ਮੈਨੂੰ ਕੀ ਲੋੜ ਹੈ ਇੰਗਲਿਸ਼ ਸਿੱਖਣ ਦੀ, ਠੀਕ ਹੈ। ਤੁਹਾਨੂੰ ਇਨੀਸ਼ੀਅਲ ਈਅਰਸ ਦੇ ਵਿੱਚ ਹੋ ਸਕਦਾ ਨਾ ਲੋੜ ਪਵੇ, ਪਰ ਇਫ ਯੂ ਵਾਂਟ ਟੂ ਟੇਕ ਯੂਰ ਬਿਜ਼ਨਸ ਟੂ ਨਿਊ ਹਾਈਟਸ, ਉਚਾਈਆਂ 'ਤੇ ਲੈ ਕੇ ਜਾਣਾ ਚਾਹੁੰਦੇ ਹੋ, then you have to talk to people from different states, right? Different level of people, right? ਕਿਉਂਕਿ people are coming from all walks of life, ਵੱਖਰੇ ਵੱਖਰੇ ਭਾਂਤ ਭਾਂਤ ਦਿਸ਼ਾ ਤੋਂ, ਵੱਖਰੇ ਵੱਖਰੇ ਕਲਚਰ ਤੋਂ, ਭਾਸ਼ਾ ਤੋਂ, ਮਾਈਂਡਸੈਟ ਤੋਂ, ਲਾਈਫ ਸਟਾਈਲ ਤੋਂ ਲੋਕ ਤੁਹਾਨੂੰ ਮਿਲਣਗੇ। ਤਾਂ ਤੁਸੀਂ ਜੇ ਉਹਨਾਂ ਨਾਲ ਉੱਠ ਬੈਠ ਕਰਨੀ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ, ਆਪਣਾ ਬਿਜ਼ਨਸ ਪ੍ਰਪੋਜ਼ਲਸ ਦੇਣੇ ਨੇ, ਉਹਨਾਂ ਤੋਂ ਕੋਈ ਸਲਾਹ ਲੈਣੀ ਹੈ ਆਪਣੇ ਬਿਜ਼ਨਸ ਪ੍ਰੋਡਕਟ ਜਾਂ ਸਰਵਿਸਿਜ਼ ਵਾਸਤੇ, ਜਾਂ ਤੁਸੀਂ ਵੱਖਰੇ ਮੁਲਕ ਘੁੰਮਦੇ ਹੋ। ਬਹੁਤ ਫੋਰ ਐਗਜ਼ਾਮਪਲ ਬਹੁਤ ਸਾਰੇ ਬੰਦੇ ਇੰਡੀਆ ਤੋਂ ਬਾਹਰ ਚਾਈਨਾ ਜਾਂਦੇ ਨੇ, ਹੈ ਨਾ। ਕਦ ਲਈ ਜਾਂਦੇ ਨੇ? ਤੁਹਾਡਾ ਕੋਈ ਸ਼ੀਸ਼ੇ ਦਾ ਕੰਮ ਹੈ, ਤੁਸੀਂ ਦੇਖ ਰਹੇ ਹੋ ਵੀ ਸ਼ੀਸ਼ਾ ਬਣਾਉਣ ਵਾਲੀ ਕਟਿੰਗ ਵਾਲੀ ਮਸ਼ੀਨ ਬੜੀ ਤਗੜੀ ਹੈ, 1 ਘੰਟੇ ਦੇ ਵਿੱਚ ਇੰਨੇ ਸ਼ੀਸ਼ੇ ਕੱਢ ਦਿੰਦੀ ਹੈ। ਤਾਂ ਓਬਵੀਅਸਲੀ ਤੁਸੀਂ ਉਹਦੇ ਨਾਲ ਗੱਲਬਾਤ ਕਰੋਗੇ, ਚਾਈਨੀਜ਼ ਤੁਹਾਡਾ ਜਿਹੜਾ ਕਾਊਂਟਰ ਪਾਰਟ ਹੋਊਗਾ ਉਹਨੇ ਇੰਗਲਿਸ਼ ਨਾਲ ਹੀ ਕਰੋਗੇ ਨਾ, ਕਿਉਂਕਿ ਨਾ ਉਹਨੂੰ ਪੰਜਾਬੀ ਆਉਂਦੀ ਅਤੇ ਨਾ ਤੁਹਾਨੂੰ ਚਾਈਨੀਜ਼ ਆਉਂਦੀ ਹੈ। ਗੱਲ ਸਮਝ ਰਹੇ ਹੋ? ਤੁਸੀਂ ਮੰਨ ਲਓ ਏਅਰਪੋਰਟ 'ਤੇ ਹੀ ਜਾਣਾ ਆ, ਬਹੁਤ ਸਾਰੇ ਇੱਦਾਂ ਵਪਾਰੀ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਵਪਾਰ 'ਚ ਬਹੁਤ ਤਗੜੇ ਨੇ। ਤਾਂ ਉਹ ਜਾਂਦੇ ਨੇ ਏਅਰਪੋਰਟ ਦੇ ਵਿੱਚ ਅਤੇ ਉੱਥੇ ਗੱਲ ਨਹੀਂ ਕਰ ਪਾਉਂਦੇ, ਉੱਥੇ ਆਪਣੀ ਗੱਲ ਸਮਝਾ ਨਹੀਂ ਪਾਉਂਦੇ। ਤੁਸੀਂ ਕਿਤੇ ਜਾ ਰਹੇ ਹੋ ਇੱਦਾਂ ਐਗਜ਼ੀਬਿਸ਼ਨ ਦੇ ਵਿੱਚ, ਉੱਥੇ ਤੁਸੀਂ ਅੜ ਜਾਂਦੇ ਹੋ। ਤਾਂ ਗੱਲ ਸਮਝ ਰਹੇ ਹੋ? ਤੁਸੀਂ ਬਿਜ਼ਨਸ ਨੂੰ ਇੱਕ ਨਵੇਂ ਹਾਈਟਸ 'ਤੇ ਲਿਜਾਣ ਲਈ ਵੀ ਆਪਣੇ ਆਪ ਨੂੰ ਤੁਹਾਨੂੰ ਇੰਗਲਿਸ਼ 'ਚ ਇਨਹੈਂਸ ਕਰਨਾ ਪਊਗਾ, ਇੰਪਰੂਵ ਕਰਨਾ ਪਊਗਾ। ਸੋ ਇਫ ਯੂ ਆਰ ਗੁੱਡ ਐਟ ਇੰਗਲਿਸ਼ ਲੈਂਗੁਏਜ, ਆਈ ਐਮ ਨਾਟ ਸੇਇੰਗ ਬਿਕਮ ਐਨ ਐਕਸਪਰਟ, ਰਾਈਟ, ਬਿਕਮ ਟੂ ਫਲੂਐਂਟ, ਨਹੀਂ, ਐਟਲੀਸਟ ਅੰਡਰਸਟੈਂਡ what the other person is speaking in English, and make sure you're able to make your own viewpoint clear to the counterpart. ਅਗਰ ਤੁਸੀਂ ਆਪਣੀ ਗੱਲ ਕਹਿ ਕੇ ਸਮਝਾ ਪਾ ਰਹੇ ਹੋ ਕਿਸੇ ਨੂੰ ਤਾਂ ਜੌਬ ਡਨ, ਬਿਕਾਜ਼ ਇਟਸ ਅਬਾਊਟ ਕਮਿਊਨੀਕੇਸ਼ਨ, ਇਟਸ ਅਬਾਊਟ ਅੰਡਰਸਟੈਂਡਿੰਗ, ਠੀਕ ਹੈ, ਐਂਡ ਇਟਸ ਅਬਾਊਟ ਤੁਸੀਂ ਆਪਣੀ ਗੱਲ ਕਿੱਦਾਂ ਸਮਝਾ ਰਹੇ ਹੋ ਕਿਸੇ ਨੂੰ। ਇਹਦੇ ਨਾਲ ਨਹੀਂ ਫਰਕ ਪੈਂਦਾ ਹੈਗਾ ਵੀ ਤੁਸੀਂ ਕਿੰਨੇ ਕੁ ਕਮਾਲ ਹੋ ਅੰਗਰੇਜ਼ੀ ਬੋਲਣ ਦੇ ਵਿੱਚ, ਠੀਕ ਹੈ। ਤਾਂ ਗੱਲ ਨੂੰ ਸਮਝੋ, ਅੰਗਰੇਜ਼ੀ ਅੱਜ ਦਾ ਸ਼ਸਤਰ ਹੈ। ਤੁਸੀਂ ਅੰਗਰੇਜ਼ੀ ਦੇ ਵਿੱਚ ਨਾਲੇ ਦੇਖੋ, ਇੱਕ ਤਾਂ ਸ਼ਸਤਰ ਹੈ ਜਦੋਂ ਗੱਲ ਵਰਤਣੀ ਤੁਸੀਂ ਆਪਣੀ, ਠੀਕ ਹੈ। ਦੂਜੀ ਹੈ ਵੀ ਅੱਜ ਦੀ ਡੇਟ 'ਚ ਅਸੀਂ ਜੇ ਸਾਡੇ ਕੋਲ ਆਪਾਂ ਹਰ ਇੱਕ ਇਨਸਾਨ ਨੂੰ ਨਹੀਂ ਮਿਲ ਸਕਦੇ, ਆਪਾਂ ਨਹੀਂ ਸਮਝ ਸਕਦੇ ਵੀ ਕਿਸੇ ਨੇ ਕੋਈ ਵੀ ਬਿਜ਼ਨਸ ਨੂੰ ਕਿਵੇਂ ਸਟਾਰਟ ਕੀਤਾ, ਕਿਵੇਂ ਉਹਦੀ ਜਰਨੀ ਰਹੀ, ਕਿੰਨਾ ਕੁ ਔਖਾ ਸੀਗਾ, ਕਿੰਨਾ ਕੁ ਸੌਖਾ ਸੀਗਾ, ਹੈ ਨਾ, ਕਿਹੜੀ ਕਿਹੜੀ ਸਟਰਗਲ, ਸੈਟਬੈਕਸ, ਰਿਜੈਕਸ਼ਨਸ ਫੇਸ ਕਰਨੀ ਪਈਆਂ। ਤਾਂ ਆਪਾਂ ਕਿਤਾਬਾਂ 'ਚੋਂ ਲੋਕਾਂ ਦੀਆਂ ਐਕਸਪੀਰੀਅੰਸਿਸ ਤੋਂ ਸਿੱਖ ਸਕਦੇ ਹਾਂ, ਪਰ ਉਹ ਕਿਤਾਬਾਂ ਅੰਗਰੇਜ਼ੀ 'ਚ ਮਿਲਣਗੀਆਂ ਜ਼ਿਆਦਾਤਰ, ਬਹੁਤ ਘੱਟ ਕਿਤਾਬਾਂ ਨੇ ਜੋ ਇੰਗਲਿਸ਼ 'ਚ ਟਰਾਂਸਲੇਟਡ ਹੋਣਗੀਆਂ। ਤਾਂ ਤੁਸੀਂ ਵੀ ਅਗਰ ਅੰਗਰੇਜ਼ੀ 'ਚ ਪੜ੍ਹਨਾ ਹੈ ਤਾਂ ਓਬਵੀਅਸਲੀ ਤੁਹਾਡੇ ਕੋਲ ਚਾਹ, ਉਤਸ਼ਾਹ, ਸਮਝ ਸਭ ਕੁਝ ਹੋਣੀ ਚਾਹੀਦੀ ਹੈ ਨਾ। ਤਾਂ ਅੰਗਰੇਜ਼ੀ ਪੜ੍ਹਨੀ, ਸਮਝਣੀ, ਬੋਲਣੀ ਬਹੁਤ ਜ਼ਰੂਰੀ ਹੈ। ਤੁਸੀਂ ਲੋਕਾਂ ਤੋਂ ਗਿਆਨ ਲੈ ਸਕਦੇ ਹੋ ਅਤੇ ਆਪਣਾ ਗਿਆਨ ਦੇ ਸਕਦੇ ਹੋ। ਮੇਕ ਸ਼ੋਰ ਇਹ ਚੀਜ਼ਾਂ, ਇਹ ਛੋਟੀਆਂ ਲੱਗਦੀਆਂ ਹੋਣਗੀਆਂ, ਇਹ ਹੋ ਸਕਦਾ ਤੁਹਾਨੂੰ ਲੱਗਣ ਵੀ ਯਾਰ ਕੋਈ ਖਾਸ ਨਹੀਂ ਹੈ, ਪਰ ਜਦੋਂ ਤੁਸੀਂ ਐਕਚੁਅਲੀ ਇਨਵੋਲਵ ਹੋਵੋਗੇ ਨਾ ਇਹਨਾਂ ਕੰਮਾਂ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਜੌਬ ਸਿਨਾਰੀਓ ਦੇ ਵਿੱਚ, ਡੇ ਟੂ ਡੇ ਲਾਈਫ ਦੇ ਵਿੱਚ, ਤੁਸੀਂ ਮਹਿਸੂਸ ਕਰੋਗੇ ਵੀ ਕਿਤੇ ਨਾ ਕਿਤੇ ਤੁਹਾਨੂੰ
ਇੰਨੀ ਇੱਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਤੁਹਾਨੂੰ ਪਿੱਛੇ ਸਮਝਿਆ ਜਾ ਰਿਹਾ, ਤੁਹਾਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾ ਰਹੀ ਕਿਉਂਕਿ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਤੁਹਾਨੂੰ ਇੰਨਾ ਸਿਆਣਾ ਨਹੀਂ ਸਮਝਿਆ ਜਾ ਰਿਹਾ ਅਗਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ। ਪਰ ਇਹ ਉਹੀ ਬੰਦਾ ਰਿਲੇਟ ਕਰ ਸਕਦਾ ਤੇ ਆਮ ਸ਼ੋਰ ਅਗਰ ਕੋਈ ਇਹ ਬੰਦਾ ਵੀਡੀਓ ਦੇਖਦਾ ਤੇ ਉਹਨੂੰ ਰਿਲੇਟ ਕਰ ਪਾਉਂਦਾ ਤਾਂ ਮੇਕ ਸ਼ੋਰ ਆਪਣਾ ਕਮੈਂਟ ਬਾਕਸ 'ਚ ਜ਼ਰੂਰ ਪਾਓ ਤਾਂ ਕਿ ਆਪਣਾ ਤੁਸੀਂ ਵਿਊ ਪੁਆਇੰਟ ਦੱਸੋ ਵੀ ਮੈਂ ਜੋ ਗੱਲ ਕਹਿ ਰਿਹਾ ਵੀ ਹਾਊ ਇੰਪੋਰਟੈਂਟ ਇਜ਼ ਇਟ, ਰਾਈਟ, for everybody to learn English language and how to be comfortable in English language, right? Not necessarily be too fluent in it, but understanding and making your own viewpoint clear to the people across the board on the table, है ना, ਤਾਂ ਉਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਤਾਂ ਇਹ ਸਾਨੂੰ ਸ਼ੁਰੂ ਤੋਂ ਸਮਝਣੀ ਚਾਹੀਦੀ ਹੈ, ਸਕੂਲ ਤੋਂ ਹੀ ਸਾਨੂੰ ਸਿੱਖਣਾ ਚਾਹੀਦਾ ਆ। ਇਹ ਨਹੀਂ ਵੀ ਕਿਸੇ ਵਰਡ ਦਾ ਨਾਮ ਇੰਗਲਿਸ਼ 'ਚ ਆਪਾਂ ਸਿੱਖ ਲਿੱਤਾ ਤੇ ਆਪਾਂ ਕਹਾਂਗੇ ਵੀ ਚਲੋ ਠੀਕ ਹੈ ਜੀ ਮੈਨੂੰ ਇੰਗਲਿਸ਼ ਆ ਗਈ, ਨਹੀਂ, ਐਦਾਂ ਨਹੀਂ ਹੁੰਦਾ। ਜਿੰਨੀ ਮਰਜ਼ੀ ਤੁਸੀਂ ਇੰਗਲਿਸ਼ ਸੁਣ ਲਓ, पहली पौड़ी सुनना ही है, अंग्रेज़ी सुनो ਤਾਂ ਹੀ बोल पाओगे, पर जब तक बोलोगे नहीं ना, जब तक अपने आले दुआले ਦੇ ਵਿੱਚ नहीं बोलोगे नहीं आएगी। ਤਾਂ ਇੰਗਲਿਸ਼ ਸਿੱਖਣੀ ਬਹੁਤ ਜ਼ਰੂਰੀ ਹੈ। ਇਹ ਆਪਾਂ ਫਿਰ ਕਿਸੇ ਵੀਡੀਓ 'ਚ ਗੱਲ ਕਰ ਸਕਦੇ ਹਾਂ ਵੀ ਇੰਗਲਿਸ਼ ਨੂੰ ਕਿੱਦਾਂ ਸਿੱਖਣਾ ਆ। ਵੈਸੇ ਸਾਡੇ ਪੇਜ 'ਤੇ ਸਾਡੇ ਚੈਨਲ 'ਤੇ ਇੱਦਾਂ ਦੀ ਵੀਡੀਓਜ਼ ਹੋਰ ਪਈਆਂ ਨੇ ਜਿੱਥੇ ਤੁਸੀਂ ਸਿੱਖ ਸਕਦੇ ਹੋ ਵੀ ਹਾਊ ਟੂ ਇੰਪਰੂਵ ਯੂਰ ਇੰਗਲਿਸ਼ ਲੈਂਗੁਏਜ ਐਂਡ ਹਾਊ ਟੂ ਐਕਚੁਅਲੀ ਲਰਨ ਇੰਗਲਿਸ਼ ਲੈਂਗੁਏਜ। ਪਰ ਇਸ ਵੀਡੀਓ ਦੇ ਵਿੱਚ ਮੈਂ ਇਸ ਚੀਜ਼ 'ਤੇ ਐਮਫਸਾਈਜ਼ ਕਰ ਰਿਹਾ ਵਾਈ ਇਜ਼ ਇਟ ਸੋ ਇੰਪੋਰਟੈਂਟ ਫॉर एवरीबॉडी टू लर्न ਇੰਗਲਿਸ਼ ਲੈਂਗੁਏਜ ਇਨ ਟੂਡੇ ਸਿਨਾਰੀਓ। ਤੁਸੀਂ ਕਿਤੇ ਵੀ ਜਾਣਾ ਯੂਜ਼ ਹੋਣੀ, ਕੱਲ੍ਹ ਨੂੰ ਤੁਸੀਂ ਵੱਡੇ ਹੋਵੋਗੇ, ਤੁਸੀਂ ਵਿਆਹੇ ਜਾਓਗੇ, ਤੁਹਾਡੇ ਬੱਚੇ ਹੋਣਗੇ, ਤਾਂ ਓਬਵੀਅਸਲੀ ਜਿਹੜਾ ਅੱਜ ਦਾ ਸਿਨਾਰੀਓ ਹੈ ਉਹ ਇੰਗਲਿਸ਼ ਦੇ ਅਰਾਊਂਡ ਹੈ। ਤਾਂ ਉਹ ਇੰਗਲਿਸ਼ ਪੜ੍ਹਨਗੇ, ਨੋ ਡਾਊਟ ਸਕੂਲ ਦੇ ਵਿੱਚ ਪੜ੍ਹਨਗੇ, ਉਹ ਅੰਗਰੇਜ਼ੀ ਆਪਣੇ ਆਪ ਸਮਝਣਗੇ, ਪਰ ਤੁਹਾਨੂੰ ਵੀ ਸਮਝਣਾ ਪਏਗਾ ਉਹਨਾਂ ਨਾਲ, ਤੁਹਾਨੂੰ ਵੀ ਉਹਨਾਂ ਨਾਲ ਕਮਿਊਨੀਕੇਟ ਕਰਨਾ ਪੈਣਾ ਆ ਅਤੇ ਉਹ ਆਪਣੀ ਗੱਲ ਵੀ ਤੁਹਾਨੂੰ ਸਮਝਾ ਸਕਣ, ਠੀਕ ਹੈ। ਤਾਂ ਮੇਕ ਸ਼ੋਰ ਅੰਗਰੇਜ਼ੀ ਅੱਜ ਦਾ ਸ਼ਸਤਰ ਹੈ, ਇਸ ਸ਼ਸਤਰ ਨੂੰ ਵਰਤਣਾ ਸਿੱਖੀਏ। ਅਤੇ ਅੰਗਰੇਜ਼ੀ ਐਸੀ ਭਾਸ਼ਾ ਆ ਜਿਹੜਾ ਕਿ ਤੁਹਾਨੂੰ ਦੁਨੀਆ ਤੋਂ ਗਿਆਨ ਲੈਣ ਤੋਂ ਅਤੇ ਦੇਣ ਤੋਂ ਜਿਹੜੀ ਉਹ ਕੰਧ ਹੈ ਨਾ ਉਹਨੂੰ ਤੋੜ ਦੂਗਾ। ਤਾਂ ਅਗਰ ਵੀਡੀਓ ਕੰਮ ਦੀ ਲੱਗੀ ਤਾਂ ਜ਼ਰੂਰ ਲਾਈਕ ਕਰਿਓ, ਅਗਰ ਕਿਸੇ ਨੂੰ ਹੈਲਪ ਆਊਟ ਕਰ ਸਕਦੀ ਹੈ ਤਾਂ ਉਹਦੇ ਨਾਲ ਸ਼ੇਅਰ ਕਰ ਸਕਦੇ ਹੋ। ਐਂਡ ਅਗਰ ਇੱਦਾਂ ਦੀ ਵੀਡੀਓਜ਼ ਹੋਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫॉर ਮੋਰ ਸੱਚ ਇਨਫੋਰਮੇਸ਼ਨ ਵੀਡੀਓ, ਠੀਕ ਹੈ ਜੀ। ਅਤੇ ਥੈਂਕਸ ਫॉर ਵਾਚਿੰਗ ਅਪ ਅੰਟਿਲ ਹੇਅਰ। Till then, see you in the next video. Bye.